ਪੰਜਾਬੀ ਨੈਸ਼ਨਲ ਖਬਰਾਂ 'ਚ ਆਪ ਸਭ ਨੂੰ ਜੀ ਆਇਆਂ ਆਖਦੇ ਹਾਂ। ਆਓ ਪਹਿਲਾਂ ਝਾਤ ਪਾਉਂਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਪੰਜਾਬ ਵਿੱਚ 18 ਤੋਂ 45 ਸਾਲ ਦੇ ਲੋਕਾਂ ਲਈ ਟੀਕਾਕਰਨ ਮੁਹਿੰਮ ਦੀ ਹੋਈ ਸ਼ੁਰੂਆਤ। ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਬਣਾਏ 400 ਬੈੱਡਾਂ ਵਾਲੇ ਕੋਵਿਡ ਕੇਅਰ ਸੈਂਟਰ ਦੀਆਂ ਸੇਵਾਵਾਂ ਅੱਜ ਤੋਂ ਹੋਈਆਂ ਸ਼ੁਰੂ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਇੱਕ ਵਾਰ ਫਿਰ ਦਿੱਤਾ ਤਿੱਖਾ ਬਿਆਨ। ਅੰਦੋਲਨਕਾਰੀ ਕਿਸਾਨਾਂ ਨੇ ਹੁਣ ਪੱਛਮੀ ਬੰਗਾਲ ਤੋਂ ਬਾਅਦ ਯੂਪੀ ਤੇ ਉੱਤਰਾਖੰਡ 'ਚ ਭਾਜਪਾ ਖਿਲਾਫ ਮੋਰਚਾ ਖੋਲ੍ਹਣ ਦੀ ਵਿੱਢੀ ਤਿਆਰੀ। ਅਮਰੀਕਾ 'ਚ ਇੱਕ ਬੰਦੂਕਧਾਰੀ ਨੇ ਚਲਾਈਆਂ ਅੰਨ੍ਹੇਵਾਹ ਗੋਲੀਆਂ, ਘਟਨਾ 'ਚ 7 ਲੋਕਾਂ ਦੀ ਹੋਈ ਮੌਤ। ਤੇ ਹੁਣ ਖਬਰਾਂ ਦਾ ਵਿਸਥਾਰ। ਪੰਜਾਬ ਇਸ ਵੇਲੇ ਪੂਰੀ ਤਰ੍ਹਾਂ ਕਰੋਨਾ ਦੀ ਗ੍ਰਿਫਤ ਵਿੱਚ ਹੈ। ਸੂਬੇ ਨੇ ਹੁਣ ਕੇਂਦਰ ਨੂੰ ਮਦਦ ਦੀ ਗੁਹਾਰ ਲਗਾਈ ਹੈ। ਬੀਤੇ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬੇ ਵਿੱਚ ਕੋਵਿਡ ਦੀ ਸਥਿਤੀ ਜਾਣਨ ਅਤੇ ਇਸ ਸੰਕਟ ਦੇ ਨਾਲ ਨਜਿੱਠਣ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਮੁੱਖ ਮੰਤਰੀ ਪੰਜਾਬ ਨਾਲ ਗੱਲਬਾਤ ਕੀਤੀ, ਜਿਸ ਦੌਰਾਨ ਮੁੱਖ ਮੰਤਰੀ ਨੇ ਉਹਨਾਂ ਨੂੰ ਆਕਸੀਜਨ ਦਾ ਕੁੱਲ ਕੋਟਾ ਵਧਾ ਕੇ 300 ਮੀਟ੍ਰਿਕ ਟਨ ਕਰਨ ਅਤੇ ਸੂਬੇ ਲਈ ਵੈਕਸੀਨ ਦੀ ਜ਼ਰੂਰੀ ਸਪਲਾਈ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ, ਕਿਉਂਕਿ ਪੰਜਾਬ ਇਸ ਵੇਲੇ ਆਕਸੀਜਨ ਅਤੇ ਵੈਕਸੀਨ ਦੋਵਾਂ ਦੀ ਘਾਟ ਦੇ ਨਾਲ ਜੂਝ ਰਿਹਾ ਹੈ। ਉਹਨਾਂ ਇਹ ਵੀ ਦੱਸਿਆ ਕਿ ਇਸ ਵੇਲੇ ਬਹੁਤੇ ਮਰੀਜ਼ ਦਿੱਲੀ, NCR ਸਮੇਤ ਹੋਰ ਸੂਬਿਆਂ ਤੋਂ ਆ ਰਹੇ ਨੇ, ਜਿਸ ਕਰਕੇ ਆਕਸੀਜਨ ਦੀ ਮੰਗ ਦਿਨੋਂ ਦਿਨ ਵੱਧ ਰਹੀ ਹੈ। PM ਨਾਲ ਗੱਲਬਾਤ ਤੋਂ ਬਾਅਦ ਮੁੱਖ ਮੰਤਰੀ ਨੇ ਉਮੀਦ ਜਤਾਈ ਹੈ ਕਿ ਸੂਬੇ ਵਿੱਚ ਆਕਸੀਜਨ ਦੀ ਸਪਲਾਈ ਵਧਾਉਣ ਅਤੇ ਪੰਜਾਬ ਵਿੱਚ ਵੈਕਸੀਨ ਦੀਆਂ ਖੁਰਾਕਾਂ ਭੇਜਣ ਨੂੰ ਯਕੀਨੀ ਬਣਾਉਣ ਲਈ ਕੇਂਦਰ ਸਰਕਾਰ ਫੌਰੀ ਕਦਮ ਚੁੱਕੇਗੀ। ਵੈਕਸੀਨ ਦੇ ਸੰਬੰਧ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਸੂਬਾ ਅਜੇ ਤੱਕ 18 ਤੋਂ 45 ਸਾਲ ਦੀ ਉਮਰ ਵਰਗ ਲਈ ਟੀਕਾਕਰਨ ਦੇ ਤੀਜੇ ਪੜਾਅ ਨੂੰ ਸ਼ੁਰੂ ਨਹੀਂ ਕਰ ਸਕਿਆ, ਪਰ ਸੂਬੇ ਨੂੰ ਲੰਘੇ ਦਿਨ ਵੈਕਸੀਨ ਦੀਆਂ 1 ਲੱਖ ਖੁਰਾਕਾਂ ਦੀ ਖੇਪ ਮਿਲੀ ਹੈ, ਜਿਸ ਕਰਕੇ ਸੋਮਵਾਰ ਤੋਂ ਟੀਕਾਕਰਨ ਦਾ ਅਮਲ ਸ਼ੁਰੂ ਹੋ ਜਾਵੇਗਾ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ 'ਚ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿੱਚ ਸਥਾਪਿਤ ਕੀਤੇ ਗਏ 400 ਬੈੱਡਾਂ ਵਾਲੇ ਗੁਰੂ ਤੇਗ ਬਹਾਦਰ ਕਰੋਨਾ ਸੈਂਟਰ ਕੇਅਰ ਦੇ ਵਿੱਚ ਡਰਾਈ ਰਨ ਮਗਰੋਂ ਅੱਜ ਸੇਵਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ, ਜਿੱਥੇ ਕਰੋਨਾ ਮਰੀਜ਼ਾਂ ਨੂੰ ਬਿਲਕੁਲ ਮੁਫਤ ਇਲਾਜ ਦਿੱਤਾ ਜਾਵੇਗਾ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਇੱਥੇ 24 ਘੰਟੇ ਆਕਸੀਜਨ ਦੀ ਸੁਵਿਧਾ ਮਿਲੇਗੀ ਅਤੇ ਐਂਬੂਲੈਂਸ ਵੀ ਤਿਆਰ ਰਹੇਗੀ। ਇਸ ਤੋਂ ਇਲਾਵਾ ਮਰੀਜ਼ਾਂ ਨੂੰ ਦਵਾਈਆਂ ਅਤੇ ਖਾਣਾ ਮੁਫਤ ਦਿੱਤਾ ਜਾਵੇਗਾ। ਇੰਨਾ ਹੀ ਨਹੀਂ, ਐਮਰਜੈਂਸੀ ਸੇਵਾਵਾਂ ਅਤੇ ICU ਲਈ ਲੋਕ ਨਾਇਕ ਜੈ ਪ੍ਰਕਾਸ਼ ਨਾਰਾਇਣ ਹਸਪਤਾਲ ਨਾਲ ਸਮਝੌਤਾ ਕੀਤਾ ਗਿਆ ਹੈ। ਇਸ ਕੋਵਿਡ ਕੇਅਰ ਸੈਂਟਰ ਲਈ ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੇ 2 ਕਰੋੜ ਰੁਪਏ ਦੀ ਰਾਸ਼ੀ ਦਾਨ ਕੀਤੀ ਹੈ। ਬਾਲੀਵੁੱਡ ਦੇ ਜਾਣੇ-ਮਾਣੇ ਫਿਲਮ ਡਾਇਰੈਕਟਰ ਰੋਹਿਤ ਸ਼ੈੱਟੀ ਨੇ ਵੀ ਇਸ ਹਸਪਤਾਲ ਲਈ ਰਾਸ਼ੀ ਦਾਨ ਕੀਤੀ ਹੈ। ਇਸ ਤੋਂ ਇਲਾਵਾ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਦੇ ਪ੍ਰਧਾਨ ਵਿਕਰਮਜੀਤ ਸਿੰਘ ਸਾਹਨੀ ਨੇ 500 ਆਕਸੀਜਨ ਕੰਸਨਟ੍ਰੇਟਰਸ ਦਾਨ ਕੀਤੇ ਨੇ। ਸਰਦਾਰ ਸਿਰਸਾ ਨੇ ਦੱਸਿਆ ਕਿ ਦਿੱਲੀ ਸਰਕਾਰ ਨੇ ਸਥਾਨਕ DM ਨੂੰ ਇਸ ਸੈਂਟਰ ਦਾ ਨੋਡਲ ਅਫਸਰ ਬਣਾਇਆ ਹੈ, ਜਦਕਿ ਕਮੇਟੀ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਨੋਡਲ ਅਫਸਰ ਹੋਣਗੇ। ਉਹਨਾਂ ਦੱਸਿਆ ਕਿ ਇਹ ਸੈਂਟਰ 10 ਦਿਨਾਂ 'ਚ ਤਿਆਰ ਕੀਤਾ ਗਿਆ ਹੈ ਅਤੇ ਦਿੱਲੀ ਕਮੇਟੀ ਇਸ ਤੋਂ ਮਗਰੋਂ ਗੁਰਦੁਆਰਾ ਬੰਗਲਾ ਸਾਹਿਬ ਅਤੇ ਹੋਰ ਥਾਵਾਂ ਤੇ ਵੀ ਅਜਿਹੀਆਂ ਸਹੂਲਤਾਂ ਸ਼ੁਰੂ ਕਰੇਗੀ। 400 बेड का गुरु तेग बहादुर कोविड सेंटर बनाया गया, कोविड केयर सेंटर, क्योंकि गुरु साहब का 400 साला प्रकाश पुर्व है, इसलिए इस स्थान के ऊपर 400 बेड का ये फर्स्ट फेज़ में शुरू किया जा रहा है। यहाँ पे किसी भी तरीके का कोई पैसा चार्ज नहीं किया जाएगा। यहाँ से एम्बुलेंस सर्विस भी फ्री सर्विस प्रोवाइड होगी। हर तरह की फैसिलिटी का इंतज़ाम किया गया है। डॉक्टर नर्सिस के लिए रहने से लेके उनकी केयर करने का और पेशेंट्स की केयर करने का, खाने पीने से लेके हर चीज़ का इंतज़ाम दिल्ली सिख गुरुद्वारा मैनेजमेंट कमेटी करेगी। इस मौके पे मैं ज़रूर धन्यवाद करना चाहता हूँ देश के प्रसिद्ध अभिनेता श्री अमिताभ बच्चन जी का, जिन्होंने इस मानवता के ऊपर जो बहुत बड़ा संकट आया है और उसके लिए जो दिल्ली सिख गुरुद्वारा मैनेजमेंट कमेटी काम कर रही हैं, इस कोविड केयर के लिए 2 करोड़ रुपया उन्होंने भी कंट्रीब्यूट किया है। और मुझे इस बात की बहुत तसल्ली है कि जो उन्होंने अल्फाज इस्तेमाल किए, दैट सिख्स आर ट्रू लेजेंड्स, और मैं सिखों की सेवा को सलाम करता हूँ, ये जो उन्होंने अमिताभ बच्चन जी ने अल्फाजों का इस्तेमाल किया, मैं इसके लिए उनका शुक्रगुजार हूँ, उनका धन्यवाद करता हूँ। और उन्होंने जहाँ ये अमाउंट भी दिया, वहाँ रात दिन इसकी चिंता भी करते थे कि कब तक ये ऑपरेशन होगा। और मैं यह भी बताना चाहता हूँ कि हमारे लिए जो कंसंट्रेटर्स हैं, उसके लिए भी उन्होंने बहुत मुशक्क़त की और यूरोप से उन्होंने हमें वो भी मंगवा के देने की बात कही।
ਕੋਰੋਨਾ ਕਹਿਰ ਦੇ ਦਰਮਿਆਨ ਅਦਾਲਤਾਂ ਵੱਲੋਂ ਸਰਕਾਰ ਨੂੰ ਨਿਤ ਝਾੜ ਪਾਉਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਸਰਕਾਰ ਦੇ ਢਿੱਲੇ ਪ੍ਰਬੰਧਾਂ ਕਰਕੇ ਅਦਾਲਤਾਂ ਸਰਕਾਰ ਦੇ ਕੰਨ ਖਿੱਚਣ ਲਈ ਮਜਬੂਰ ਨੇ। ਹੁਣ ਵੈਕਸੀਨੇਸ਼ਨ ਸੰਬੰਧੀ ਲਮਕ ਰਹੇ ਪ੍ਰਬੰਧਾਂ ਬਾਰੇ ਸਵਾਲ ਦੇ ਜਵਾਬ ਦੇ ਵਿੱਚ ਕੇਂਦਰ ਸਰਕਾਰ ਨੇ ਅਦਾਲਤ ਨੂੰ ਆਖਿਆ ਕਿ ਸਾਡੇ ਤੇ ਵਿਸ਼ਵਾਸ ਕਰੋ, ਸਾਡੇ ਕੰਮ ਦੇ ਵਿੱਚ ਦਖਲ ਦੇਣ ਦੀ ਲੋੜ ਨਹੀਂ। ਬੀਤੇ ਕੱਲ ਕੇਂਦਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਟੀਕਾਕਰਨ ਨੀਤੀ ਮੌਜੂਦਾ ਸਰੋਤਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਹਿਸਾਬ ਨਾਲ ਬਣਾਈ ਗਈ ਹੈ ਕਿ ਸਾਰੇ ਰਾਜਾਂ ਤੱਕ ਇਸ ਦੀ ਸਪਲਾਈ ਇੱਕੋ ਜਿੰਨੀ ਹੋ ਸਕੇ। ਕੇਂਦਰ ਨੇ ਦਾਅਵਾ ਕੀਤਾ ਹੈ ਕਿ ਸਾਰੇ ਮੁਲਕ ਨੂੰ ਇੱਕੋ ਸਮੇਂ ਤੇ ਵੈਕਸੀਨ ਲਗਾਉਣੀ ਸੰਭਵ ਨਹੀਂ ਹੈ। ਕੇਂਦਰ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ 18 ਤੋਂ 45 ਅਤੇ 45 ਤੋਂ ਜ਼ਿਆਦਾ ਉਮਰ ਵਰਗ ਲਈ ਵੈਕਸੀਨ ਪਾਲਿਸੀ ਪੂਰਾ ਧਿਆਨ ਰੱਖ ਕੇ ਸੋਚ ਸਮਝ ਕੇ ਬਣਾਈ ਗਈ ਹੈ ਤੇ ਅਦਾਲਤ ਇਸ ਵਿੱਚ ਦਖਲ ਅੰਦਾਜ਼ੀ ਨਾ ਕਰੇ। ਭਾਰਤ ਨੂੰ ਕੋਰੋਨਾ ਦੀ ਦੂਜੀ ਲਹਿਰ ਨੇ ਬੁਰੀ ਤਰ੍ਹਾਂ ਭੰਨ ਸੁੱਟਿਆ ਹੈ। ਹੁਣ ਖਬਰ ਸਾਹਮਣੇ ਆਈ ਹੈ ਕਿ ਇਸ ਜੰਗ ਵਿਰੁੱਧ ਲੜਨ ਲਈ ਆਰਮੀ ਦੇ 400 ਰਿਟਾਇਰਡ ਡਾਕਟਰਾਂ ਦੀ ਨਿਯੁਕਤੀ ਕੀਤੀ ਜਾਵੇਗੀ। ਮਿਲੀ ਜਾਣਕਾਰੀ ਮੁਤਾਬਕ ਸੁਰੱਖਿਆ ਵਿਭਾਗ ਨੇ ਦੱਸਿਆ ਕਿ ਆਰਮਡ ਫੋਰਸਿਸ ਮੈਡੀਕਲ ਸਰਵਿਸਿਜ਼ ਦੇ ਡਾਇਰੈਕਟਰ ਜਨਰਲ ਨੇ ਇਸ ਲਈ ਨਿਯੁਕਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀ ਅਨੁਸਾਰ ਆਰਮੀ ਦੇ 400 ਮੈਡੀਕਲ ਅਧਿਕਾਰੀਆਂ ਅਤੇ ਡਾਕਟਰਾਂ ਦੀ ਤੈਨਾਤੀ ਕੀਤੀ ਜਾਵੇਗੀ ਜੋ ਕਿ 2017 ਤੋਂ 2021 ਦੇ ਦਰਮਿਆਨ ਸੇਵਾ ਮੁਕਤ ਹੋਏ ਸਨ। ਉਹਨਾਂ ਨੂੰ ਵੱਧ ਤੋਂ ਵੱਧ 11 ਮਹੀਨਿਆਂ ਦੇ ਕੰਟਰੈਕਟ ਤੇ ਰੱਖਿਆ ਜਾਵੇਗਾ ਤੇ ਹਰ ਮਹੀਨੇ ਤੈਅ ਕੀਤੀ ਤਨਖਾਹ ਵੀ ਦਿੱਤੀ ਜਾਵੇਗੀ। ਭਾਰਤ ਵਿੱਚ ਕੋਰੋਨਾ ਕਾਲ ਦਰਮਿਆਨ ਮੈਡੀਕਲ ਢਾਂਚੇ ਨੂੰ ਲੈ ਕੇ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ। ਇਲਾਜ ਹੱਥੋਂ ਮਰਨ ਵਾਲੇ ਲੋਕਾਂ ਦੀਆਂ ਨਿੱਤ ਖਬਰਾਂ ਸਾਹਮਣੇ ਆ ਰਹੀਆਂ ਨੇ। ਇੱਥੋਂ ਤੱਕ ਕਿ ਬਾਹਰਲੇ ਮੁਲਕ ਵੀ ਭਾਰਤ ਤੇ ਉਂਗਲਾਂ ਚੁੱਕਣ ਲੱਗੇ ਨੇ। ਬੀਤੇ ਦਿਨ ਇੱਕ ਯੂਟਿਊਬਰ ਅਤੇ ਅਦਾਕਾਰ ਰਾਹੁਲ ਵੋਹਰਾ ਦੀ ਕੋਰੋਨਾ ਗ੍ਰਸਤ ਹੋਣ ਕਰਕੇ ਦਿੱਲੀ ਦੇ ਇੱਕ ਹਸਪਤਾਲ ਦੇ ਵਿੱਚ ਮੌਤ ਹੋ ਗਈ ਸੀ। ਮਿਲੀ ਜਾਣਕਾਰੀ ਅਨੁਸਾਰ 35 ਸਾਲਾ ਰਾਹੁਲ ਨੇ ਮਰਨ ਤੋਂ ਪਹਿਲਾਂ ਫੇਸਬੁੱਕ ਤੇ ਇੱਕ ਪੋਸਟ ਪਾਈ ਸੀ ਜਿਸ ਵਿੱਚ ਉਹ ਲਿਖਦਾ ਹੈ ਕਿ ਜੇਕਰ ਉਸ ਨੂੰ ਇਲਾਜ ਮਿਲ ਜਾਂਦਾ ਤੇ ਉਹ ਬਚ ਜਾਂਦਾ। ਰਾਹੁਲ ਦੀ ਇਹ ਪੋਸਟ ਆਪਣੇ ਆਪ 'ਚ ਬੜੇ ਸਵਾਲ ਖੜੇ ਕਰਦੀ ਹੈ। ਦੱਸ ਦਈਏ ਕਿ ਰਾਹੁਲ ਦਾ ਆਕਸੀਜਨ ਪੱਧਰ ਬਹੁਤ ਹੇਠਾਂ ਡਿੱਗ ਗਿਆ ਸੀ ਅਤੇ ਉਸਨੇ ਉਦੋਂ ਵੀ ਸੋਸ਼ਲ ਮੀਡੀਆ ਤੇ ਪੋਸਟ ਪਾਈ ਸੀ ਕਿ ਅਜਿਹਾ ਕੋਈ ਹਸਪਤਾਲ ਹੈ ਜਿੱਥੇ ਆਕਸੀਜਨ ਬੈੱਡ ਮਿਲ ਜਾਵੇ। ਦੱਸਣਯੋਗ ਹੈ ਕਿ 2006 ਵਿੱਚ ਰਾਹੁਲ ਵੋਹਰਾ ਨੇ ਦਿੱਲੀ ਦੇ ਮਸ਼ਹੂਰ ਥੀਏਟਰ ਗਰੁੱਪ ਅਸਮਿਤਾ ਨੂੰ ਜੁਆਇਨ ਕੀਤਾ ਸੀ ਅਤੇ ਇਸ ਦੌਰਾਨ ਉਸਨੇ ਕਈ ਨਾਟਕ ਕੀਤੇ। ਇਸ ਤੋਂ ਇਲਾਵਾ ਉਸਦੀਆਂ YouTube ਵੀਡੀਓਜ਼ ਨੂੰ ਦਰਸ਼ਕਾਂ ਨੇ ਕਾਫੀ ਪਿਆਰ ਦਿੱਤਾ। ਰਾਹੁਲ ਦੇ ਪਰਿਵਾਰ 'ਚ ਉਸਦੇ ਮਾਪੇ, ਭੈਣ ਅਤੇ ਪਤਨੀ ਹੈ। ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਨੇ ਭੜਥੂ ਪਾਇਆ ਹੋਇਆ ਹੈ। ਸਿਹਤ ਵਿਭਾਗ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਭਾਰਤ ਵਿੱਚ ਬੀਤੇ 24 ਘੰਟਿਆਂ ਦੇ ਵਿੱਚ 3,66,161 ਨਵੇਂ ਮਾਮਲੇ ਸਾਹਮਣੇ ਆਏ ਨੇ ਅਤੇ 3,53,818 ਲੋਕਾਂ ਨੇ ਇਸ ਮਹਾਮਾਰੀ ਨੂੰ ਮਾਤ ਵੀ ਦੇ ਦਿੱਤੀ ਹੈ। ਇਸ ਸਮੇਂ ਦੌਰਾਨ 3,754 ਲੋਕਾਂ ਦੀ ਇਸ ਮਹਾਮਾਰੀ ਕਰਕੇ ਮੌਤ ਹੋ ਜਾਣ ਦੀ ਵੀ ਖਬਰ ਹੈ। ਇਸ ਤੋਂ ਬਾਅਦ ਦੇਸ਼ ਵਿੱਚ ਕੁੱਲ ਮਰੀਜ਼ਾਂ ਦਾ ਅੰਕੜਾ ਵੱਧ ਕੇ 2,26,62,575 ਹੋ ਗਿਆ ਤੇ ਕੁੱਲ ਮੌਤਾਂ ਦੀ ਸੰਖਿਆ 2,46,116 ਤੱਕ ਅੱਪੜ ਗਈ ਹੈ। ਕੋਰੋਨਾ ਰੋਕੂ ਟੀਕੇ ਦੀ ਜੇਕਰ ਗੱਲ ਕਰੀਏ ਤਾਂ ਹੁਣ ਤੱਕ ਕੁੱਲ ਵੈਕਸੀਨੇਸ਼ਨ ਦਾ ਅੰਕੜਾ 17,01,76,603 ਤੱਕ ਪਹੁੰਚ ਗਿਆ ਹੈ। ਗਲੋਬਲ ਪੱਧਰ ਤੇ ਭਾਰਤ ਸਭ ਤੋਂ ਤੇਜ਼ ਵੈਕਸੀਨੇਸ਼ਨ ਕਰਨ ਵਾਲਾ ਦੇਸ਼ ਬਣ ਗਿਆ ਹੈ। ਉਧਰ ਪੰਜਾਬ ਦੀ ਜੇ ਗੱਲ ਕਰੀਏ ਤਾਂ ਲੁਧਿਆਣਾ ਸ਼ਹਿਰ ਵਿੱਚ ਪ੍ਰਸ਼ਾਸਨ ਨੇ ਸੋਮਵਾਰ ਤੋਂ ਸਵੇਰੇ 5 ਵਜੇ ਤੋਂ ਦੁਪਹਿਰ 12 ਵਜੇ ਤੱਕ ਦੁਕਾਨਾਂ ਖੋਲ੍ਹਣ ਦੀ ਮੋਹਲਤ ਦੇ ਦਿੱਤੀ ਹੈ। ਪਰ ਨਾਲ ਹੀ ਪ੍ਰਸ਼ਾਸਨ ਨੇ ਸਪਸ਼ਟ ਕਰ ਦਿੱਤਾ ਹੈ ਕਿ 12 ਵਜੇ ਤੋਂ ਬਾਅਦ ਜੋ ਵੀ ਦੁਕਾਨਦਾਰ, ਗਾਹਕ ਜਾਂ ਆਮ ਆਦਮੀ ਸੜਕਾਂ ਤੇ ਦਿਖਾਈ ਦਿੱਤਾ ਤਾਂ ਉਸ ਵਿਰੁੱਧ FIR ਦਰਜ ਕੀਤੀ ਜਾਵੇਗੀ। ਜੇ ਗੱਲ ਜਲੰਧਰ ਸ਼ਹਿਰ ਦੀ ਕਰੀਏ ਤਾਂ 10 ਮਈ ਤੋਂ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਜ਼ਰੂਰੀ ਅਤੇ ਗੈਰ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਖੋਲ੍ਹਣ ਦੀ ਛੋਟ ਦੇ ਦਿੱਤੀ ਗਈ ਹੈ। ਸੂਬਾ ਸਰਕਾਰਾਂ ਹਰ ਸੰਭਵ ਯਤਨ ਕਰ ਰਹੀਆਂ ਨੇ ਜਨਤਾ ਨੂੰ ਇਸ ਮਹਾਮਾਰੀ ਤੋਂ ਬਚਾਉਣ ਦੀਆਂ। ਅਕਸਰ ਹੀ ਸੁਰਖੀਆਂ 'ਚ ਰਹਿਣ ਵਾਲੇ ਕਿਸਾਨ ਆਗੂ ਰਾਕੇਸ਼ ਟਿਕੈਤ ਇੱਕ ਵਾਰ ਫਿਰ ਬੋਲੇ ਨੇ। ਉਹਨਾਂ ਆਖਿਆ ਕਿ ਕਿਸਾਨ ਅੰਦੋਲਨ ਇੱਕ ਵਿਚਾਰਧਾਰਕ ਕ੍ਰਾਂਤੀ ਹੈ ਅਤੇ ਇਸ ਨੇ ਪੂਰੀ ਦੁਨੀਆ ਬਦਲ ਕੇ ਰੱਖ ਦਿੱਤੀ ਹੈ। ਟਿਕੈਤ ਨੇ ਇਹ ਵੀ ਆਖਿਆ ਕਿ ਕਿਸਾਨ ਦਾ ਰਾਹ ਪਾਰਲੀਮੈਂਟ ਹੈ ਤੇ ਬਿਮਾਰ ਦਾ ਰਾਹ ਹਸਪਤਾਲ ਹੈ। ਕੋਰੋਨਾ ਟੀਕਾਕਰਨ ਬਾਰੇ ਬੋਲਦਿਆਂ ਉਹਨਾਂ ਆਖਿਆ ਕਿ ਸਰਕਾਰ ਟੀਕਾ ਕੇਂਦਰ ਖੋਲੇ, ਕਿਸਾਨ ਟੀਕਾ ਲਵਾਉਣ ਲਈ ਤਿਆਰ ਨੇ। ਉਹਨਾਂ ਆਖਿਆ ਕਿ ਸਰਦੀਆਂ ਤੋਂ ਬਾਅਦ ਗਰਮੀਆਂ, ਫਿਰ ਬਾਰਿਸ਼ ਤੇ ਫਿਰ ਸਰਦੀਆਂ ਲਈ ਕਿਸਾਨ ਪੂਰੀ ਤਰ੍ਹਾਂ ਤਿਆਰ ਨੇ। ਕਿਸਾਨ ਜਿੱਤ ਕੇ ਹੀ ਪਿੰਡਾਂ ਨੂੰ ਵਾਪਸ ਮੁੜਨਗੇ। ਟਿਕੈਤ ਨੇ ਇਹ ਵੀ ਆਖਿਆ ਕਿ ਅੰਦੋਲਨ ਨੂੰ ਕਿਸਾਨਾਂ ਦੀ ਗਿਣਤੀ ਦੁਆਰਾ ਨਹੀਂ, ਭਾਵਨਾ ਦੁਆਰਾ ਪਛਾਣਨਾ ਚਾਹੀਦਾ ਹੈ। ਉਹ ਅੱਗੇ ਆਖਦੇ ਨੇ ਕਿ ਕੋਰੋਨਾ ਕਾਰਨ ਦਿੱਲੀ ਦੇ ਮੋਰਚੇ ਤੇ ਜ਼ਿਆਦਾ ਭੀੜ ਨਹੀਂ ਹੈ। 26 ਮਈ ਨੂੰ ਕਿਸਾਨਾਂ ਨੂੰ ਦਿੱਲੀ ਮੋਰਚੇ ਤੇ 6 ਮਹੀਨੇ ਹੋ ਜਾਣਗੇ ਅਤੇ 26 ਮਈ ਤੋਂ ਬਾਅਦ ਕਿਸਾਨ ਅੰਦੋਲਨ ਬਾਰੇ ਵੱਡਾ ਫੈਸਲਾ ਲੈਣਗੇ। ਕਿਸਾਨਾਂ ਵੱਲ ਬੇਮੁਖ ਹੋ ਕੇ ਬੈਠੀ ਭਾਜਪਾ ਦੀ ਦੁੱਖ ਦੀ ਰਗ ਹੁਣ ਕਿਸਾਨਾਂ ਨੇ ਲੱਭ ਲਈ ਹੈ। ਇਸ ਲਈ ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕੀਤਾ ਕਿ ਇਸ ਦੁੱਖ ਦੀ ਰਗ ਨੂੰ ਦਬਾ ਕੇ ਹੀ ਆਪਣੀਆਂ ਮੰਗਾਂ ਪੂਰੀਆਂ ਕਰਵਾਈਆਂ ਜਾਣਗੀਆਂ। ਸੰਯੁਕਤ ਕਿਸਾਨ ਮੋਰਚੇ ਦਾ ਆਖਣਾ ਹੈ ਕਿ ਜਿਵੇਂ ਕਿਸਾਨਾਂ ਵੱਲੋਂ ਕੀਤੇ ਗਏ ਪ੍ਰਚਾਰ ਕਾਰਨ ਪੱਛਮੀ ਬੰਗਾਲ ਚੋਣਾਂ 'ਚ BJP ਹਾਰੀ ਹੈ, ਉਸੇ ਹੀ ਤਰ੍ਹਾਂ
ਹੁਣ ਕਿਸਾਨ ਬੀਜੇਪੀ ਦੇ ਗੜ ਵਾਲੇ ਸੂਬਿਆਂ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵੱਲ ਰੁਖ ਕਰਕੇ ਭਗਵਾਂ ਪਾਰਟੀ ਨੂੰ ਹਰਾਉਣਗੇ। ਦੱਸ ਦਈਏ ਕਿ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਵਿਧਾਨ ਸਭਾ ਚੋਣਾਂ ਅਗਲੇ ਸਾਲ ਹੋਣ ਜਾ ਰਹੀਆਂ ਨੇ। ਦੋਹਾਂ ਸੂਬਿਆਂ ਵਿੱਚ ਇਸ ਵੇਲੇ ਬੀਜੇਪੀ ਦੀਆਂ ਸਰਕਾਰਾਂ ਨੇ। ਇਹ ਦੋਵੇਂ ਸੂਬੇ ਬੀਜੇਪੀ ਦੀ ਸਿਆਸਤ ਦਾ ਗੜ ਮੰਨੇ ਜਾਂਦੇ ਨੇ। ਇਹਨਾਂ ਦੋਵਾਂ ਸੂਬਿਆਂ ਵਿੱਚ ਕਿਸਾਨ ਅੰਦੋਲਨ ਦਾ ਕਾਫੀ ਅਸਰ ਹੈ। ਦੱਸ ਦਈਏ ਕਿ ਉੱਤਰ ਪ੍ਰਦੇਸ਼ ਵਿੱਚ ਕਿਸਾਨ ਅੰਦੋਲਨ ਦਾ ਸੇਕ ਬੀਜੇਪੀ ਨੂੰ ਪੰਚਾਇਤੀ ਚੋਣਾਂ ਦੌਰਾਨ ਵੀ ਲੱਗਿਆ ਹੈ। ਕਿਸਾਨ ਲੀਡਰ ਡਾਕਟਰ ਦਰਸ਼ਨਪਾਲ ਦਾ ਆਖਣਾ ਹੈ ਕਿ ਹੁਣ ਕਿਸਾਨ ਆਪਣੀ ਰਣਭੂਮੀ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਨੂੰ ਬਣਾਉਣਗੇ ਅਤੇ ਭਾਜਪਾ ਤੇ ਉਸ ਦੇ ਸਹਿਯੋਗੀ ਪਾਰਟੀਆਂ ਦਾ ਪੰਜਾਬ ਅਤੇ ਹਰਿਆਣਾ ਵਾਂਗ ਹੀ ਸਮਾਜਿਕ ਅਤੇ ਸਿਆਸੀ ਬਾਈਕਾਟ ਉੱਥੇ ਵੀ ਸ਼ੁਰੂ ਕਰ ਦੇਣਗੇ। ਕਿਸਾਨ ਆਗੂ ਨੇ ਆਖਿਆ ਕਿ ਕੇਂਦਰ ਵੱਲੋਂ ਕਿਸਾਨੀ ਮੰਗਾਂ ਨਾ ਮੰਨਣ ਕਰਕੇ ਭਾਜਪਾ ਨੂੰ ਸਜ਼ਾ ਦਿਓ, ਭਾਜਪਾ ਨੂੰ ਹਰਾਓ ਦਾ ਨਾਰਾ ਹੁਣ ਉਕਤ ਦੋਵਾਂ ਰਾਜਾਂ ਵਿੱਚ ਉਵੇਂ ਹੀ ਚੱਲੇਗਾ ਜਿਵੇਂ ਕਿਸਾਨਾਂ ਨੇ ਪੱਛਮੀ ਬੰਗਾਲ ਵਿੱਚ ਚਲਾਇਆ ਸੀ, ਜੋ ਕਿ ਬਾਅਦ ਵਿੱਚ ਭਾਜਪਾ ਦੀ ਹਾਰ ਦਾ ਪ੍ਰਮੁੱਖ ਕਾਰਨ ਬਣਿਆ। ਉਹਨਾਂ ਆਖਿਆ ਕਿ ਉੱਤਰ ਪ੍ਰਦੇਸ਼ ਭਾਜਪਾ ਦਾ ਗੜ ਮੰਨਿਆ ਜਾਂਦਾ ਹੈ ਅਤੇ ਉੱਥੋਂ ਭਾਜਪਾ ਨੂੰ ਭਜਾਉਣ ਲਈ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਵਿੱਚ ਚੱਲ ਰਹੇ ਪ੍ਰੋਗਰਾਮ ਯੂਪੀ ਅਤੇ ਉੱਤਰਾਖੰਡ ਵਿੱਚ ਵੀ ਲਾਗੂ ਕੀਤੇ ਜਾਣਗੇ। ਅਗਲੀ ਖਬਰ ਕੈਨੇਡਾ ਦੀ ਹੈ, ਜਿੱਥੋਂ ਦੇ ਸ਼ਹਿਰ ਵੈਨਕੂਵਰ ਦੇ ਕੌਮਾਂਤਰੀ ਹਵਾਈ ਅੱਡੇ ਦੇ ਮੁੱਖ ਟਰਮੀਨਲ ਤੇ ਗੋਲੀਬਾਰੀ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਸਥਾਨਕ ਮੀਡੀਆ ਅਨੁਸਾਰ ਕਤਲ ਹੋਇਆ ਨੌਜਵਾਨ ਫਲਾਈਟ 'ਚ ਜਾਣ ਲਈ 에ਅਰਪੋਰਟ ਦੇ ਡਿਪਾਰਚਰ ਟਰਮੀਨਲ ਤੇ ਜਾ ਰਿਹਾ ਸੀ ਕਿ ਹਮਲਾਵਰਾਂ ਨੇ ਉਸ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਹਮਲਾਵਰਾਂ ਨੇ ਬਿਨਾਂ ਆਮ ਲੋਕਾਂ ਦੀ ਪਰਵਾਹ ਕੀਤੇ ਓਪਨ ਫਾਇਰਿੰਗ ਸ਼ੁਰੂ ਕਰ ਦਿੱਤੀ। ਮੌਕੇ ਤੇ ਮੌਜੂਦ ਪੁਲਿਸ ਨੇ ਜਦੋਂ ਹਮਲਾਵਰਾਂ ਦੀ ਗੱਡੀ ਦੇਖੀ ਤਾਂ ਉਸ ਦਾ ਪਿੱਛਾ ਕੀਤਾ, ਪਰ ਉਹਨਾਂ ਪੁਲਿਸ ਉੱਤੇ ਵੀ ਗੋਲੀਆਂ ਵਰਾਉਣੀਆਂ ਸ਼ੁਰੂ ਕਰ ਦਿੱਤੀਆਂ। ਪਤਾ ਲੱਗਾ ਕਿ ਉਕਤ ਨੌਜਵਾਨ ਪੰਜਾਬੀ ਹੈ, ਜਿਸ ਦੀ ਪਛਾਣ ਕਰਮਨ ਗਰੇਵਾਲ ਵਜੋਂ ਹੋਈ ਹੈ। ਕੈਨੇਡਾ ਤੋਂ ਬਾਅਦ ਅਮਰੀਕਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਕੋਲੋਰਾਡੋ ਵਿੱਚ ਚੱਲ ਰਹੀ ਜਨਮਦਿਨ ਪਾਰਟੀ ਵਿੱਚ ਇੱਕ ਬੰਦੂਕਧਾਰੀ ਵੱਲੋਂ ਗੋਲੀਆਂ ਚਲਾਈਆਂ ਗਈਆਂ। ਇਸ ਗੋਲੀਬਾਰੀ ਦੀ ਘਟਨਾ ਦੇ ਵਿੱਚ ਕੁੱਲ 7 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਨੇ ਪਹਿਲਾਂ 6 ਲੋਕਾਂ ਦੀ ਹੱਤਿਆ ਕੀਤੀ ਅਤੇ ਫਿਰ ਆਪਣੇ ਆਪ ਨੂੰ ਗੋਲੀ ਮਾਰ ਲਈ। ਇਸ ਹਮਲੇ ਪਿੱਛੇ ਉਸ ਦਾ ਮਨੋਰਥ ਕੀ ਸੀ, ਇਸ ਬਾਰੇ ਖਬਰ ਪੜੇ ਜਾਣ ਤੱਕ ਕੋਈ ਜਾਣਕਾਰੀ ਨਹੀਂ ਸੀ ਪ੍ਰਾਪਤ ਹੋਈ। ਪੁਲਿਸ ਅਨੁਸਾਰ ਮੁਲਜ਼ਮ ਇਸ ਹਮਲੇ ਵਿੱਚ ਮਾਰੀ ਗਈ ਔਰਤ ਦਾ ਦੋਸਤ ਸੀ। ਦੱਸਿਆ ਜਾ ਰਿਹਾ ਹੈ ਕਿ ਉਸਨੇ ਜਨਮਦਿਨ ਪਾਰਟੀ ਉੱਤੇ ਪਹੁੰਚਦਿਆਂ ਹੀ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਪਾਰਟੀ ਹਾਲ ਵਿੱਚ 6 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ, ਜਦਕਿ ਇੱਕ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ, ਪਰ ਕੁਝ ਸਮੇਂ ਬਾਅਦ ਉਹ ਵੀ ਹਸਪਤਾਲ ਦੇ ਵਿੱਚ ਦਮ ਤੋੜ ਗਿਆ। ਦੱਸ ਦਈਏ ਕਿ ਇਸ ਸਾਲ 22 ਮਾਰਚ ਨੂੰ ਕੋਲੋਰਾਡੋ ਵਿੱਚ ਇੱਕ ਹੋਰ ਤਾਬੜਤੋੜ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਸੀ। ਇਸ ਹਮਲੇ ਵਿੱਚ 10 ਲੋਕਾਂ ਦੀ ਜਾਨ ਚਲੀ ਗਈ ਸੀ। 1999 ਵਿੱਚ ਇੱਥੇ ਇੱਕ ਸਕੂਲ ਦੀ ਫਾਇਰਿੰਗ ਦੌਰਾਨ 15 ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਸਾਲ 2012 ਵਿੱਚ ਇੱਕ ਸਿਨੇਮਾ ਹਾਲ ਵਿੱਚ 12 ਵਿਅਕਤੀ ਮਾਰੇ ਗਏ ਸਨ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਮੈਨੂੰ ਸਵਲੀਨ ਕੌਰ ਜਸੜ ਨੂੰ ਦਿਓ ਆਗਿਆ। ਧੰਨਵਾਦ।